इस चैनल को सब्सक्राइब करें और घंटा दबाना ना भूलें। जंग जिन्ना दी लड़दा यहोवा, जंग जिन्ना दी लड़दा यहोवा, ओ जंग कदी नहीं हार दे, ओ जंग कदी नहीं हार दे। जिन्ना अगे चलदा यहोवा, जिन्ना अगे चलदा यहोवा, ओ जंग कदी नहीं हार दे, ओ जंग कदी नहीं हार दे। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਸਾਡੇ ਲਈ ਸਭ ਗੱਲਾਂ ਭਲਾਈ ਦੇ ਨਾਲ ਪ੍ਰਗਟ ਕਰਦਾ ਹੈ ਅਤੇ ਸਾਨੂੰ ਕਦੇ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ। ਭਾਵੇਂ ਅਸੀਂ ਕਿਹੋ ਜਿਹੇ ਵੀ ਹਾਲਾਤ ਦੇ ਵਿੱਚ ਹੋਵੇ, ਤੁਸੀਂ ਸਾਨੂੰ ਫਿਰ ਵੀ ਦਿਲਾਸਾ ਦਿੰਦੇ ਹੋ ਕਿ ਮੈਂ ਤੁਹਾਡੇ ਨਾਲ ਹਾਂ। ਇਸ ਆਪ ਦੇ ਸੁੰਦਰ ਵਾਅਦੇ ਦੇ ਲਈ ਔਰ ਆਪ ਦਾ ਸੁੰਦਰ ਦਿੱਤੇ ਹੋਏ ਅੱਜ ਦੇ ਦਿਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਜੋ ਵਚਨ ਆਪ ਨੇ ਅੱਜ ਸਾਨੂੰ ਦਿੱਤਾ ਹੈ, ਇਸ ਦੇ ਅਨੁਸਾਰ ਜੀਵਨ ਨੂੰ ਜੀਣ ਦੇ ਲਈ ਵੀ ਸਾਨੂੰ ਆਪਣੀ ਤਾਕਤ ਦਿਓ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗ ਲੈਂਦੇ, ਆਮੈਨ। प्यारे अजीज, अज का जो मैं वचन का भाग लिया है वो लिया है दूसरा इतिहास उसका 32 अध्याय उसकी 8 आयत दे विचों। इत्थे लिखिया है, पर साडे नाल यहोवा साडा परमेश्वर है जो साडी सहायता करता अते साडियां लड़ाइयां लड़दा है। ये वचन लैण का मेरा एक खास मकसद है। असी अपनी जिंदगी की लड़ाई जदों आप लड़नी शुरू कर दिंदे आ परमेश्वर नूं छड्ड के, तां असी अपने आप दे विच निरुत्साहित महसूस करना शुरू कर दिंदे। परमेश्वर ने जो सृष्टि करता है, जिसने आदम नूं जदों उसनूं बनाया, सर्वोच्च सृष्टि उहदे हत्थ विच दित्ती है अते उसनूं कहा इसनूं बस दे विच कर और इस दे उत्ते अपना अख्तियार जमा, और उसनूं कहा मैं तेरा राखा। परमेश्वर साडे नाल है जदों असी उसदे नियम अते उसदे अनुशासन के अधीन अपने जीवन को बतीत करते हैं। तद इत्थे भी कुछ अजिही ही गल है। जदों सनहेरीब यहूदा उत्ते चढ़ाई करता है, तद परमेश्वर का यह वचन यहूदा दे कोल पहुंचता है। अर्थात उसका सहारा तो मनुख ही है, पर साडे नाल साडी सहायता अते साडे युद्ध करन दे लई परमेश्वर यहोवा साडे नाल है। मैं एक बार फिर याद करदा हां, जदों इसराइल मिस्र दे विच गुलामी दे विच चला गया 450 साल, और परमेश्वर ने मूसा दे राही उन्हां नूं उस सारे दुख दे मंजार दे विचों कढ़िया अते लाल समुंदर थी लैके गया। जदों वह अपना जान लगे, तद एक सीधा राह उन्हां दे लई कनान दे लई कादेश बारने विच सीगा। उस सीधे राह तो जान दे विच उन्हां नूं अमलेकियां दे नाल युद्ध करना सी। परमेश्वर ने कहा सी उन्हां नूं, उन्हां तो ना डरो, मैं तुहाडे नाल हां। जिस तरह मैं तुहानूं मिस्र तो कढ के लैके आया, उस तरह इत्थों भी कढ के लै जावांगा। जदों उत्थे दे लोकां दे विच मूसा दे राही
12 ਭੇਦੀਏ ਉਸ ਜਗ੍ਹਾ ਦੇ ਉੱਤੇ ਭੇਜੇ ਗਏ ਅਤੇ ਉਸ ਦੇਸ਼ ਦੇ ਲਈ ਭੇਤ ਲੈਣ ਦੇ ਲਈ। ਔਰ ਜਦੋਂ ਅਮਰੀਕੀਆਂ ਨੂੰ ਦੇਖਿਆ, ਉੱਥੇ ਦੀ ਖਬਰ ਸੁਣ ਕੇ ਆਏ, ਤਾਂ ਲਿਖਿਆ ਹੈ ਸਿਰਫ 2 ਵਿਅਕਤੀ ਮੂਸਾ ਦੇ ਨਾਲ ਖੜੇ ਹੋਏ, ਸਿਰਫ 2, ਬਾਕੀ ਸਭ ਨੇ ਬਗਾਵਤ ਕੀਤੀ। ਉਹਨਾਂ ਨੇ ਕਿਹਾ ਸਾਡੇ ਲਈ ਤਾਂ ਮਿਸਰ ਹੀ ਚੰਗਾ ਸੀ, ਸਾਨੂੰ ਕਨਾਨ ਦੇ ਵਿੱਚ ਜਾਣ ਦੀ ਲੋੜ ਨਹੀਂ, ਉੱਥੇ ਦੇ ਲੋਕ ਬਹੁਤ ਵੱਡੇ ਆ, ਮਾਰ ਦੇਣਗੇ, ਸੁੱਟ ਦੇਣਗੇ, ਸਾਡਾ ਹੱਲ ਕੀ ਬਣੇਗਾ। ਉਹਨਾਂ ਨੇ ਉਸ ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ ਰੱਖਿਆ ਜਿਸ ਨੇ ਉਹਨਾਂ ਨੂੰ ਲਾਲ ਸਮੁੰਦਰ ਦੇ ਵਿੱਚੋਂ ਅਤੇ ਮਿਸਰ ਦੇ ਵਿੱਚ 10 ਅਜਿਹੇ ਚਮਤਕਾਰ ਕੀਤੇ ਜਿਹੇ ਅੱਜ ਤੱਕ ਦੁਨੀਆ 'ਚ ਹੋਏ। ਉਹਨਾਂ ਨੂੰ ਭੁੱਲ ਗਏ, ਉਹਨਾਂ ਨੂੰ ਚੇਤਾ ਨਹੀਂ ਰੱਖਿਆ। ਪਰਮੇਸ਼ਰ ਉਹਨਾਂ ਨੂੰ ਬਹੁਤ ਵੱਡੀ ਭੂਮੀ ਦੇਣਾ ਚਾਹੁੰਦਾ ਸੀ, ਉਹਨਾਂ ਨੂੰ ਬਹੁਤ ਵੱਡਾ ਰਾਜ ਦੇਣਾ ਚਾਹੁੰਦਾ ਸੀ ਜਿੱਥੇ ਦੁੱਧ ਅਤੇ ਮਧੂ ਦੀਆਂ ਧਾਰਾਵਾਂ ਵਗਦੀਆਂ। ਔਰ ਯਹੋਵਾ ਆਪ ਉਹਨਾਂ ਦੇ ਅੱਗੇ ਅੱਗੇ ਚੱਲ ਕੇ ਲੜ ਰਿਹਾ ਸੀ, ਕਿਉਂਕਿ ਉਸਨੇ ਵਾਅਦਾ ਕੀਤਾ ਸੀ ਮੈਂ ਤੁਹਾਡੇ ਨਾਲ। ਔਰ ਉਹ ਉਸ ਸਮੇਂ ਤੱਕ ਉਹਨਾਂ ਦਾ ਰਾਜਾ ਸੀ। ਅੱਜ ਕਲੀਸਿਆਵਾਂ ਦੇ ਵਿੱਚ ਪਰਮੇਸ਼ਰ ਬੜੇ ਬੜੇ ਕੰਮ ਕਰਦਾ ਹੈ, ਪਰ ਫਿਰ ਵੀ ਲੋਕ ਆਪਣੇ ਜੀਵਨ ਦੇ ਵਿੱਚ ਅਸੰਤੁਸ਼ਟ ਹੈ। ਉਹ ਉਸ ਕੰਮ ਨੂੰ ਕਰਨਾ ਨਹੀਂ ਚਾਹੁੰਦੇ, ਉਹ ਉਸ ਦੇ ਵਿੱਚ ਸਾਥ ਨਹੀਂ ਦੇਣਾ ਚਾਹੁੰਦੇ। ਕੁਝ ਲੋਕ ਨੁਕਤਾਚੀਨੀਆਂ ਹੀ ਕਰਦੇ ਰਹਿੰਦੇ ਆ। ਕੰਮ ਤਾਂ ਕੀ ਕਰਨਾ ਹੈ, ਹੌਸਲਾ ਤਾਂ ਕੀ ਦੇਣਾ ਹੈ, ਇਨਕਰੇਜਮੈਂਟ ਤਾਂ ਕੀ ਕਰਨਾ ਹੈ, ਨਿਰਸਾਹਿਤ ਵਚਨ ਕੱਢਦੇ ਰਹਿੰਦੇ ਆ। ਆਪਣੇ ਮਨ ਦੇ ਵਿੱਚ ਇਸ ਆਵਾਜ਼ ਨੂੰ ਨਹੀਂ ਚੁੱਕਦੇ ਕਿ ਹਾਂ ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ, ਜੇ ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਮੈਂ ਤੁਹਾਨੂੰ ਦਵਾਂਗਾ, ਤਾਂ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਇਹ ਜੋ ਘਰ ਜਿੱਥੇ ਅਸੀਂ ਪ੍ਰਭੂ ਦੀ ਬੰਦਗੀ ਕਰਦੇ ਹਾਂ ਮਾਲਪੁਰ ਦੇ ਵਿੱਚ, ਇਸ ਘਰ ਨੂੰ ਖਰੀਦਣ ਦੇ ਲਈ ਬਹੁਤ ਜੱਦੋ ਜਹਿਦ ਹੋਈ ਹੈ। ਕਲੀਸਿਆ ਕੋਲ, ਸਿਰਫ ਕਲੀਸਿਆ ਕੋਲ, ਆਪ ਦੇ ਉਤਸ਼ਾਹ ਦੇ ਲਈ ਬੋਲ ਰਹੇ ਹਾਂ, ਕਲੀਸਿਆ ਦੇ ਕੋਲ ਮਾਤਰ 4 ਲੱਖ ਰੁਪਈਆ ਹੀ ਸੀ। ਹੋਰ ਕਿਸੇ ਭਾਈ ਨੇ ਮਦਦ ਕੀਤੀ 7 ਲੱਖ ਹੋ ਗਿਆ। ਇਸ ਤੋਂ ਉੱਪਰ ਕਲੀਸਿਆ ਕੋਲ ਕੁਝ ਨਹੀਂ ਸੀ। ਕੋਈ ਕੁਝ ਕਰਨ ਵਾਲੇ ਔਰ ਗੱਲਾਂ ਕਰਨ ਵਾਲੇ ਹੈ, ਪਰ ਪਰਮੇਸ਼ਰ ਨੇ ਇਸ ਕਲੀਸਿਆ ਦੇ ਲਈ ਜੋ ਥਾਂ ਰੱਖਿਆ ਸੀ ਉਸ ਦੀ ਅਮਾਉਂਟ ਉਸ ਨੂੰ ਪੂਰਾ ਕਰਕੇ ਦਿੱਤਾ। ਇੰਨਾ ਵੱਡਾ ਪਰਮੇਸ਼ਰ ਨੇ ਕਾਰਜ ਕਰ ਦਿੱਤਾ ਕਿ ਉਹ ਛੋਟਾ ਕਾਰਜ ਨਹੀਂ ਕਰ ਸਕਦਾ। ਪਰਮੇਸ਼ਰ ਥੋੜੇ ਨਾਲ ਨਹੀਂ, ਸਾਨੂੰ ਬਹੁਤੇ ਦੇ ਨਾਲ ਰਜਾਉਂਦਾ ਹੈ। ਸਾਨੂੰ ਇਹ ਫੇਥ ਕਰਨਾ ਚਾਹੀਦਾ। ਔਰ ਦੂਸਰੀ ਗੱਲ, ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਇਸੇ, ਜਦੋਂ ਮੈਂ ਇਤਿਹਾਸ ਦੀ ਪੁਸਤਕ 20:15 ਪੜ੍ਹਦਾ ਹਾਂ, 20:15 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਜਦੋਂ ਅਮੋਨੀਆਂ ਨੇ, ਮੁਆਬੀਆਂ ਨੇ ਇਸਰਾਈਲੀਆਂ ਨੂੰ ਘੇਰਿਆ, ਤੇ ਸਿਰਫ ਇਸਰਾਈਲੀ ਮਾਤਰ ਜੋ ਉਹਨਾਂ ਕੋਲ ਯੋਧਾ ਸੀ, ਔਰ ਇੱਥੇ ਲਿਖਿਆ ਵੀ ਹੈ 6000 ਉਹਨਾਂ ਕੋਲ ਯੋਧਾ ਸੀ, ਔਰ 2 ਲੱਖ ਤੋਂ ਉੱਪਰ ਮੁਆਬੀ ਅਤੇ ਅਮੋਨੀ ਸੀ ਜੋ ਯੁੱਧ ਕਰਨ ਦੇ ਲਈ ਉਹਨਾਂ ਕੋਲ ਆਏ ਸੀ। ਤਦ ਉਹਨਾਂ ਨੇ ਪ੍ਰਾਰਥਨਾ ਕੀਤੀ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ ਇਸ ਗੱਲ ਨੂੰ। ਜਦੋਂ ਇਹ ਗੱਲ ਹੋਈ ਤਦ ਯਹੋਸ਼ਾਪਾਟ 20:3, ਦੂਸਰਾ ਇਤਿਹਾਸ 20:3 ਲਿਖਿਆ ਹੈ, ਯਹੋਸ਼ਾਪਾਟ ਡਰ ਗਿਆ ਅਤੇ ਯਹੋਵਾ ਦੀ ਖੋਜ ਕਰਨ ਲੱਗਾ ਅਤੇ ਯਹੂਦਾ ਵਿੱਚ ਪ੍ਰਚਾਰ ਕੀਤਾ, ਉਪਵਾਸ ਤੇ ਪ੍ਰਾਰਥਨਾ ਕਰੋ। ਕਾਹਦੇ ਲਈ? ਐਡੀ ਵੱਡੀ ਫੌਜ ਹੈ, ਉਹਦੇ ਨਾਲ ਯੁੱਧ ਲੜਨਾ ਹੈ, ਅਸੀਂ ਅਸਮਰਥ ਹਾਂ।
लेकिन एक सामर्थी है जिहड़ा साडे वल्लों लड़ सकता है। और जदों ये गल सारे मिल के प्रार्थना करन लगे, उन्होंने सबना ने मिल के प्रार्थना की उपवास सहित, तद परमेश्वर का प्रत्युत्तर यहोशाफाट दे कोल आया। की आया? लिखिया है 14 ते 15 आयत पढ़ रहा। तद असाफ दे वंश विचों जहजीएल नामक एक लेवीए जकरिया दा पुत्र, बानिया दा पोता, मतन्याह दे पुत्र यीएल दा परपोता सी। मंडली विच यहोवा दा आत्मा समाया। सब निराशेक च आत्मा समाया, ਉਹਦੇ ਵਿੱਚ परमेश्वर ने गल की गल की ਅਤੇ ਕਹਿਣ लगा, हे यहूदियो, यरूशलेम दे रहण वालों, हे राजा यहोशाफाट, सब ध्यान दो। यहोवा ਐਉਂ ਆਖਦਾ ਹੈ, ਤੁਸੀਂ ਇਸ ਵੱਡੀ ਭੀੜ ਤੋਂ ਨਾ ਡਰੋ, ਤੁਹਾਡਾ ਮਨ ਕੱਚਾ ਨਾ ਹੋਵੇ, ਕਿਉਂਕਿ ਯੁੱਧ ਤੁਹਾਡਾ ਨਹੀਂ परमेश्वर ਦਾ है। इस खंड दे नाल जो मेरा विषय है इहो है। थोड़े विच भी परमेश्वर मेरे नाल है, थोड़े नूं बहुता करन वाला परमेश्वर मेरे नाल है। इहदा मतलब जो विषय है, यहोवा मेरे नाल है, मेरे नाल है। और वो परमेश्वर चाहे युद्ध छोटा होवे चाहे युद्ध बड़ा होवे, कौन है? परमेश्वर। सवाल यह है कि जदों विपत्ति वड्डी आउंदी है कि असी उस विच इकट्ठे हुंदे आ नहीं, कि असी उस विच इकट्ठे होके एक मन एकजुट होके उस दे लई परमेश्वर दे अगे झुकदे हां या नहीं? तद परमेश्वर काम करदा है। यहोशाफाट दे कोल हथियार नहीं सी, यहोशाफाट दे कोल सैना नहीं सी, पर उन्हां सबना दे विच जित दिवाण दे लई कौन सी? आवर लॉर्ड परमेश्वर गॉड। उसने क्या? आई एम विद यू, मैं तुहाडे नाल हां, मैं तुहाडी मदद करदा हां, मैं तुहानू कदे छड्डांगा नहीं। सैनापति असी सोचते हाँ जदों यारीहो कोल इसराइली पहुंच चुके सी, ये भी एक दृष्टांत है। उस समय यहोवा दी सेना दे प्रधान यहोशुआ नू दर्शन दिता। यहोशुआ 5:13 तो 15 पढ़ सकते हैं। उस दर्शन दे राही परमेश्वर ने उसनू ये विश्वास दिवाया कि वो खुद उसकी प्रजा दे पक्ष विच लड़ाई करेगा। कौन? परमेश्वर। कई लोग कहते हैं इन्ना करन दी की लोड़ सी, जिन्ना सीगा उन्ना कर लेना। जे परमेश्वर सानू वधाउणा चाहुंदा है, जे परमेश्वर सानू फैलाउणा चाहुंदा है, तां उस विच सानू रुकण दी लोड़ नहीं, उस दे विच सानू उस दे नाल चलण दी जरूरत है। हाँ, ये काम मेरा नहीं, ये भवन किहदा है? परमेश्वर दा। परमेश्वर ही उसनू बनाउण दे लई सिर्फ उस सानू इस्तेमाल करता है। यहोशुआ नू उहने कनान दे विच जितण दे लई इस्तेमाल कीता, मूसा नू मिस्र दे विचों कढ लियाण दे लई उसने इस्तेमाल कीता, दुनिया दे विच खुशखबरी सुणाउण दे लई पौलुस अते बरनाबास नू इस्तेमाल कीता। तां की अज परमेश्वर अपनी महिमा दे कारजां दे लई छोटे तो छोटे जो साडे लई सब तो पेचीदा, सब तो कठिन काम लगदा है, उस नू जितण दे लई परमेश्वर साडी मदद नहीं करेगा। पौलुस रसूल अपने वचन विच की कहता है, जदों असी रोमिया 8:31 पढ़ते हैं, उस विच लिखिया है, जे परमेश्वर साडी वल है तां सानू कौन हरा सकता है। प्यारो, प्रभु यीशु मसीह ने मेरे अते आप दे नाल वायदा कीता है, युग दे अंत तिकर सदैव मैं तुहाडे नाल हां, मैं तुहानू ना कदे छड्डांगा ना कदे त्यागांगा। इब्रानियां दा 13:5 दे विच लिखिया है, तुहाडे विच जे कटी है, कमी है, उस दे विच उसने कहा कि
अपने वचन दे राही सानू तसल्ली दिती है। उस वचन नूं भी मैं आप दे लई पढ़दा हाँ, क्योंकि परमेश्वर दे वचन दे विच लिखिया है, मैं तेरे नाल हाँ। मैं उस वचन दा मैनू बहुत ज़्यादा तसल्ली मिलती है जदों मैं उस वचन नूं अक्सर अपने घटी दे समयां दे विच पढ़दा हाँ। साडे विच बहुत घट लोग है जो इस वचन दे उत्ते विश्वास करके चलते हैं। कहता है तुहाडा मन लोभ रहित ना होवे, तुहाडे कोल जो है उस विच संतोख करो, क्योंकि उन्हें आप क्या है, मैं तुहानू ना तां कदे छड्डांगा ना कदे त्यागांगा। जिद्दां दा भी मंजार होवे, किहो जी हालात भी हो, तां भी परमेश्वर कहता आई एम विद यू। सिर्फ असी करना की है मेरे भाई अते भैन, उसदे लई असी प्रार्थना दे विच एक मन एक चित्त होना है। इत्थे इसराइली जदों भी इसराइलियां दे विच समस्या आई, प्रॉब्लम्स आई, वो परमेश्वर दे अगे एक मन एक चित्त होके डिगे ते परमेश्वर ने उन्हां दी सुनी अते उस थां हिल गया। ते लिखिया है जदों थां हिल जांदा फिर दलेरी आंदी है। दलेरी आंदी है तां काम करन दे लई असी भजदे हां, असी रुकदे नहीं। मेरे जीवन दे विच मेरे पल दे विच बहुत सारियां अजिहियां उदाहरणां है जड़ियां मैं आप नूं इस तरह दे के उत्साहित कर सकता हाँ। ये उदाहरणां उन्हां दे जीवन दे विच आंदियां हन, ये वायदे परमेश्वर दे उन्हां दे जीवन दे विच आंदे हन जो परमेश्वर दी मुक्ति नूं पा चुके हैं। और जदों परमेश्वर दी मुक्ति मेरे विच आंदी है तां ओही मैनूं दलेरी दिंदी है। ਇਹਦਾ मतलब मेरे जीवन दे विच मैनूं बोध होना चाहिए है कि मेरी मुक्ति हो चुकी है। जे मेरी मुक्ति हो चुकी है तो परमेश्वर ने मेरे लिए क्या, तुहाडे लिए सब हो गया है। कालवरी क्रूस ते उन्हें क्या सब हो गया। ਇਹਦਾ मतलब मेरी मुक्ति दे लिए मैनूं आश्वासन है, परमेश्वर ने दे दिता है कि तुहाडे लिए हो गया तो हो गया है। मैनूं सोचण दी लोड़ नहीं, मैनूं काम करन दी लोड़ है। बाइबल युद्ध दे लई हथियार दिंदी है। हथियार की है? प्रार्थना। हथियार की है? परमेश्वर दा वचन। बाइबल दे विच लिखिया है समय बुरे है, परमेश्वर दे हथियारां नूं पा लो, लैस हो जाओ। असीं उहदे नाल लैस होना है, उहदे नाल असीं लड़ना है और असी लड़ सकते हैं एक मन एक चित्त होके। जब तक असी एक मन एक चित्त नहीं, कदे भी असी अपने युद्ध दे विच कामयाब नहीं हो सकते हैं। मेरे भाई अते भैन, सानू किसे नू निराशात्मक गल करन दी लोड़ नहीं है। सानू किसे नू निराशात्मक अवस्था दे विच लैके जाण दी लोड़ नहीं है। सानू उस मुक्ति दे वल ध्यान करन दी लोड़ है जिस ने मेरे जीवन दे विच जदों मैं असमर्थ सी, जदों मैं कुछ भी नहीं कर सकता सी, जदों मैं मौत दे मुंह दे विच डिगिया होया सी, उस वेले उस परमेश्वर ने मेरे लिए अपने प्यारे पुत्र प्रभु यीशु मसीह दा इंतजाम किया अते वो मेरे लिए मेरे पापां दी खातर कलवरी क्रूस दे उत्ते मारिया गया। उसका कीमती लहू मेरे पापा नू साफ करन दे लई बहाया गया कि मैं उसदे विच पवित्र अते शुद्ध होके उसकी इबादत कर सकां, जिस तो मैं मौत तो जीवन दे विच जा सकां। ये परमेश्वर दा आश्वासन सी मेरे लिए, परमेश्वर दा हौसला सी। जद मेरे लिए रास्ते बंद हो चुके सी, यूहन्ना रो रहा सी बब्बा मार मार के, उस वेले परमेश्वर ने हीता उसनूं हौसला दिता, ना रो। देख दाऊद दे गोत्र दे विचों एक बब्बर शेर उठ निकलिया है जिहड़ा उन्हां 7 मोहरां तोड़न नूं जित लिया है मेरे लिए। ते जिसने मैनू पाप तो जितण दे लई अपने प्यारे पुत्र का सरफाना किया, तो बाकी जिहड़े काम है उसके लिए वो मेरी मदद क्यों ना करेगा, मेरे नाल क्यों ना होगा। वह शर्त है कि मैं उसके नाल एक मन एक चित्त होवां, मैं मंडली दे विच एक मन एक चित्त होवां। तद परमेश्वर दा हौसला मेरे जीवन दे विच होवेगा। जिदा मूसा दे जीवन च आया, वो परमेश्वर की चुनी हुई कौम का हिस्सा सी। यहोशू दे जीवन च आया क्योंकि वह परमेश्वर का चुनिया होया खादम सी।
ਪੌਲਸ ਦੇ ਜੀਵਨ ਚ ਆਇਆ ਕਿਉਂਕਿ ਉਹ ਪਰਮੇਸ਼ਰ ਦਾ ਚੁਣਿਆ ਹੋਇਆ ਜਨ ਸੀ। ਅੱਜ ਅਸੀਂ ਵੀ ਪਰਮੇਸ਼ਰ ਦੇ ਪੁੱਤਰ ਦੇ ਰਾਹੀਂ ਚੁਣੇ ਹੋਏ ਪਰਮੇਸ਼ਰ ਦੇ ਵੰਸ਼ਜ ਹਾਂ, ਉਸ ਦੇ ਪੁੱਤਰ ਹਾਂ। ਤਾਂ ਕਿ ਪਰਮੇਸ਼ਰ ਮੈਨੂੰ ਉਹ ਹੌਸਲਾ ਨਹੀਂ ਦੇ ਰਿਹਾ, ਨਾ ਡਰ ਨਾ ਘਾਬਰ, ਮੈਂ ਤੇਰਾ ਪਰਮੇਸ਼ਰ ਜੋ ਹਾਂ। ਯਸ਼ਾਇਆ 41 ਦਾ 10। ਫਿਰ ਅਸੀਂ ਕਿਉਂ ਡਰ ਰਹੇ ਹਾਂ? ਫਿਰ ਸਾਨੂੰ ਕਿਸੇ ਗੱਲ ਦੇ ਵਿੱਚ ਖੌਫ ਖਾਣ ਦੀ ਲੋੜ ਨਹੀਂ। ਉਹ ਪਰਮੇਸ਼ਰ ਸਾਡੇ ਲਈ ਸਭ ਕੁਝ ਕਰ ਸਕਦਾ ਹੈ। ਉਸ ਪਰਮੇਸ਼ਰ ਨੇ ਜੋ ਮੇਰੇ ਵਿਸ਼ੇ ਦੇ ਵਿੱਚ ਸੀ ਕਿ ਯਹੋਵਾ ਨੇ ਕਿਹਾ ਮੈਂ ਤੁਹਾਡੇ ਲਈ ਲੜਾਂਗਾ। ਇੱਥੇ ਇੱਕ ਵਾਰ ਫਿਰ ਮੈਂ ਪੜ੍ਹ ਰਿਹਾ ਹਾਂ ਜੋ ਉਸਨੇ ਪਰਮੇਸ਼ਰ ਨੇ ਦੂਸਰਾ ਇਤਿਹਾਸ 32 ਦੀ 8 ਦੇ ਵਿੱਚ ਕਿਹਾ, ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਉਹ ਯਹੋਵਾ ਸਾਡੇ ਨਾਲ ਹੈ। ਮੈਨੂੰ ਤਾਂ ਭਰੋਸਾ ਹੈ ਉਸ ਤੇ। ਕਿ ਆਪ ਨੂੰ ਭਰੋਸਾ ਹੈ? ਜੇ ਆਪ ਨੂੰ ਭਰੋਸਾ ਹੈ ਤਾਂ ਉਸ ਦੇ ਉੱਤੇ ਆਪਣਾ ਜੋ ਆਪ ਦੇ ਜੀਵਨ 'ਚ ਸਮੱਸਿਆ ਹੈ, ਜੋ ਆਪ ਦੇ ਜੀਵਨ ਦੇ ਵਿੱਚ ਪ੍ਰੋਬਲਮਸ ਹੈ, ਚਾਹੇ ਉਹ ਪਾਪ ਦੀ ਹੈ, ਚਾਹੇ ਉਹ ਆਪ ਦੇ ਜੌਬ ਦੀ ਹੈ, ਚਾਹੇ ਉਹ ਆਪ ਦੇ ਵਪਾਰ ਦੀ ਹੈ, ਚਾਹੇ ਉਹ ਆਪ ਦੇ ਵਿਅਕਤੀਗਤ ਜੀਵਨ ਦੀ ਹੈ, ਉਸ ਨੂੰ ਪਰਮੇਸ਼ਰ ਦੇ ਉੱਤੇ ਸੁੱਟ ਦਿਓ। ਕਿਉਂਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਜਦੋਂ ਅਸੀਂ ਪਹਿਲਾ ਪਤਰਸ 5:7 ਪੜ੍ਹਦੇ ਹਾਂ, ਆਪਣਾ ਸਾਰਾ ਬੋਝ ਉਸ ਉੱਤੇ ਸੁੱਟ ਛੱਡੋ ਕਿਉਂਕਿ ਉਸ ਨੂੰ ਤੁਹਾਡਾ ਫਿਕਰ ਹੈ। ਜਿਸ ਨੂੰ ਸਾਡਾ ਫਿਕਰ ਹੈ ਉਹੀ ਸਾਡੇ ਲਈ ਲੜੇਗਾ। ਇਸ ਵਿਸ਼ਵਾਸ ਦੇ ਨਾਲ ਅੱਜ ਦੇ ਇਸ ਵਚਨ ਨੂੰ ਮੈਂ ਪ੍ਰਭੂ ਦੇ ਵਿੱਚ ਆਪ ਦੇ ਹੱਥਾਂ ਵਿੱਚ ਸੌਂਪਦਾ ਹਾਂ। ਆਪ ਨੇ ਫੈਸਲਾ ਕਰਨਾ ਹੈ ਕਿ ਮੈਂ ਪਰਮੇਸ਼ਰ ਦੇ ਨਾਲ ਚੱਲਣਾ ਹੈ ਜਾਂ ਮਨੁੱਖੀ ਸੋਚ ਦੇ ਨਾਲ। ਜੇ ਪਰਮੇਸ਼ਰ ਨਾਲ ਚੱਲਣਾ ਹੈ ਤਾਂ ਪਰਮੇਸ਼ਰ ਤੁਹਾਡੀ ਲੜਾਈ ਲੜੇਗਾ। ਜੇ ਮਨੁੱਖਤਾ ਦੇ ਨਾਲ ਲੜਨਾ ਹੈ ਤਾਂ ਮੌਤ ਦੀ ਲੜਾਈ ਤੁਸੀਂ ਆਪ ਲੜੋਗੇ। ਫੈਸਲਾ ਤੁਸੀਂ ਕਰਨਾ ਹੈ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।